अस्सलाम वालेकुम लो जी तुसीं देख रहे हो पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਬੜੀਆਂ ਅਹਿਮ ਖਬਰਾਂ ਨੇ ਔਰ ਅੰਦਰ ਦੀਆਂ ਖਬਰਾਂ ਨੇ ਟੂਟੀਆਂ ਲਾ ਲਓ। ਟੂਟੀਆਂ ਜ਼ਰੂਰੀ ਹੁੰਦੀਆਂ ਨੇ ਇਹੋ ਜਿਹੀਆਂ ਖਬਰਾਂ ਦੇਣ ਤੋਂ ਪਹਿਲੇ ਵਾਰਨਿੰਗ ਦੇ ਦੇਣੀ ਚਾਹੀਦੀ ਹੈ। ਸਭ ਤੋਂ ਪਹਿਲੀ ਖਬਰ ਤੇ ਇਹ ਵੇ ਕਿ ਟਰੰਪ ਤੁਹਾਨੂੰ ਪਤਾ ਕਿ ਆ ਰਿਹਾ ਤੇ ਟਰੰਪ ਦਾ ਜਿਹੜਾ ਵਜ਼ੀਰੇ ਖਾਰਜਾ ਜਿਹੜਾ ਉਹਨੇ ਨਾਮਜ਼ਦ ਕਰ ਦਿੱਤਾ ਹੈ ਸੁਣਿਆ ਜਾ ਰਿਹਾ ਹੈ ਬੜੀ ਅੰਦਰਲੇ ਜ਼ਲਾਏ ਤੋਂ ਕਹਿੰਦੇ ਨੇ ਕਿ ਵਿਚਲੇ ਜ਼ਲਾਏ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਟਰੰਪ ਨੇ ਉਹਨੂੰ ਬੁਲਾ ਕੇ ਕਿਹਾ ਕਿ ਚੱਲ ਮੇਰਾ ਪੁੱਤਰ ਹਾਂ ਇੰਝ ਤਾਂ ਨਹੀਂ ਕਿਹਾ ਹੋਣਾ ਮਤਲਬ ਉਹਨੇ ਕਿਹਾ ਪੰਜਾਬੀ 'ਚ ਇੰਝ ਹੀ ਹੋਏਗਾ ਕਿ ਚੱਲ ਮੇਰਾ ਪੁੱਤਰ ਜਾ ਕੇ ਪਤਾ ਕਰ ਕਿ ਮੇਰੇ ਯਾਰ ਮੇਰੇ ਬੇਲੀ ਨੂੰ ਮੇਰੇ ਦੋਸਤ ਨੂੰ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਕਿੰਨੇ ਅੰਦਰ ਡੱਕਿਆ ਤੇ ਕਿਹੜਾ ਦਗੜ ਦਲਾ ਕਿਹੜਾ ਹਰਾਮਜ਼ਾਦਾ ਕਿਹੜਾ ਬੜਾ ਵੱਡਾ ਬਗੈਰਤ ਕਿਹੜਾ ਖੋਤੀ ਦਾ ਬੱਚਾ ਜਿਹੜਾ ਹਾਂ ਉਹਨੇ ਬੇੜਾ ਗਰਕ ਕੀਤਾ ਪਿਆ ਉਹ ਬਾਹਰ ਨਹੀਂ ਆਉਣ ਦੇ ਰਿਹਾ ਖਾਨ ਨੂੰ ਮੇਰੇ ਯਾਰ ਨੂੰ। ਉਹ ਕਿਹੜਾ ਖੋਤੀ ਦਾ ਬੱਚਾ ਜਿਹਨੇ ਸਾਰਾ ਮੈਂਡੇਟ ਚੋਰੀ ਕੀਤਾ ਉਹ ਕੌਣ ਹੈ ਬਗੈਰਤ ਕੀੜੇ ਵਾਲਾ ਹਾਂ ਜਿਹੜਾ ਕਿ ਫਾਰਮ 47 ਤੇ ਜਿੱਤ ਕੇ ਦੰਦਨਾਉਂਦਾ ਫਿਰਦਾ। ਜਾ ਕੇ ਮੇਰਾ ਪੁੱਤਰ ਪਤਾ ਕਰ ਤੇ ਨਾਂ ਲਿਖ ਉਹਨਾਂ ਦੀ ਮੈਂ ਦਿਆਂਗਾ ਭੈਣ ਦੀ ਫੁੱਫੋ ਨੂੰ ਤੋਹਫਾ। ਹਾਂ ਇਹ ਜੀ ਕੋਈ ਚੀਜ਼ ਦੇ ਪਤਾ ਨਹੀਂ ਕੀ ਤੋਹਫਾ ਦੇਗਾ ਟਰੰਪ ਪਰ ਉਹਨੇ ਵਾਅਦਾ ਕੀਤਾ ਕਿ ਮੈਂ ਤੋਹਫਾ ਦਿਆਂਗਾ ਉਹਨੂੰ। ਹੁਣ ਜਨਾਬ ਉਹ ਪਤਾ ਕਰਵਾ ਰਿਹਾ ਤੇ ਜਿਵੇਂ ਉਹ ਪਤਾ ਕਰਵਾ ਰਿਹਾ ਤੇ ਉਹਨੂੰ ਇਤਲਾਹ ਮਿਲ ਰਹੀ ਹੈ ਕਿ ਬਾਬਾ ਜੀ ਪਾਕਿਸਤਾਨ 'ਚ ਇੱਕੋ ਹੀ ਬੰਦਾ ਹਾਂ ਜਿਹਨੇ ਪੂਰੇ ਮੁਲਕ ਦੀ ਭੈਣ ਦੀ ਸਿਰੀ ਕੀਤੀ ਪਈ ਹੈ। ਹਾਂ ਉਹ ਸਾਨੂੰ ਸਾਰਿਆਂ ਨੂੰ ਪਤਾ ਉਹ ਹੁਣ ਉਹਨਾਂ ਨੂੰ ਵੀ ਪਤਾ ਉਹਨੇ ਰਿਪੋਰਟ ਲਿਖ ਲਈ ਹੈ। ਉਹ ਕਹਿਣ ਲੱਗਾ ਕਿ ਜਿਹੜਾ ਨਾ ਇੱਕ ਗਰੁੱਪ ਹੈ ਪੂਰਾ ਹਾਂ ਜਿਹੜਾ ਕਿ ਆਪਣਾ ਇੱਕ ਬੰਦਾ ਉਸ ਗਰੁੱਪ ਨੂੰ ਲੀਡ ਕਰ ਰਿਹਾ ਉਹ ਜਿਹਨੇ ਸਾਰੇ ਮੁਲਕ ਦੀ ਭੈਣ ਦੀ ਸਿਰੀ ਕੀਤੀ ਸੀ ਉਹ ਬੰਦਾ ਤੇ ਉਹਦਾ ਗਰੁੱਪ ਜਿਹੜਾ ਸਾਰਿਆਂ ਦੇ ਨਾਂ ਲਿਖ ਲਏ ਨੇ ਉਹਨੇ ਹਾਂਜੀ। ਤੇ ਜਿਵੇਂ ਹੀ ਇਹਨਾਂ ਨੇ ਹਲਫ ਹੁਲਫ ਚੁੱਕਣੇ ਨੇ ਤੇ ਟਰੰਪ ਨੇ ਆ ਕੇ ਸਿੱਧੀ ਕਰ ਲੈਣੀ ਹੈ ਡਾਂਗ ਤੇ ਫਿਰ ਉਹਨੇ ਇੱਕ ਬੰਦਾ ਬੁਲਾ ਕੇ ਉਹਦੇ ਤੋੜਨੀ ਹੈ ਮੇਰਾ ਮਤਲਬ ਕਿ ਮਾਰਨੀ ਹੈ ਉਹਨੂੰ ਢੂਈ ਤੇ ਮਾਰੇਗਾ ਹੋਰ ਕਿੱਥੇ ਮਾਰਨੀ ਹੈ। ਇਹੋ ਜਿਹੀਆਂ ਜ਼ਾਲਮ ਖਬਰਾਂ ਆ ਰਹੀਆਂ ਨੇ ਔਰ ਪੂਰੇ ਜਾਨ 'ਚੋਂ ਜਾਨ ਮਤਲਬ ਪੂਰੀ ਦੁਨੀਆ ਪੂਰੇ ਜਾਨ 'ਚੋਂ ਇੱਕੋ ਹੀ ਆਵਾਜ਼ ਆ ਰਹੀ ਹੈ ਹੁਣ ਉਹ ਸੁਣਨ ਵਾਲਿਆਂ ਵਾਸਤੇ ਜਿਹੜੇ ਕਿ ਸੁਣ ਸਕਦੇ ਨੇ ਉਹ ਆਵਾਜ਼ ਹੈ ਕਿ ਮੁੱਕ ਗਿਆ ਤੇਰਾ ਸ਼ੋਏ ਹਾਫਿਜ਼ ਓ ਗੋਏ ਹਾਫਿਜ਼ ਗੋ ਹਾਫਿਜ਼। No, 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 no. ਹਾਏ ਬੱਲੇ ਬੱਲੇ ਰਿਚਰਡ ਜਰਨੈਲ ਜਿਹੜਾ ਉਹਨੇ ਵੱਖਰੀ ਧੁਨੀ ਪਈ ਇਹਨਾਂ ਦੀ ਬਾਬਾ ਜੀ ਕਹਿੰਦੇ ਧੁਨੀ ਤੇ ਧੁਨੀ ਪਈ ਮੈਂ ਬਾਬਾ ਯਾਰ ਕੀ ਅਜੀਬ ਜਿਹੀਆਂ ਚੀਜ਼ਾਂ ਕੱਢਦੇ ਰਹਿੰਦੇ ਹੋ ਅਲਫਾਜ਼ ਤੁਸੀਂ ਮੈਨੂੰ ਵੀ ਸਮਝ ਨਹੀਂ ਆਉਂਦੇ। ਬਾਬੇ ਮੰਨਦੇ ਕਿ ਮਤਲਬ ਧੁਨੀ ਦਿੱਤੀ ਹੋਈ ਹੈ ਹਾਂ ਐਸੀ ਤੈਸੀ ਇਹਨਾਂ ਦੀ ਫੇਰੀ ਪਈ ਹੈ ਰਿਚਰਡ ਜਰਨੈਲ ਨੇ ਤੇ ਉਹ ਜਨਾਬ ਕਈ ਲੋਕ ਕਹਿ ਰਹੇ ਸੀ ਕਿ ਬਈ ਇਹ ਜਿਹੜਾ ਨਾ ਰਿਚਰਡ ਜਰਨੈਲ ਹੈ ਕਿਵੇਂ ਹੋ ਗਿਆ ਕਿ ਜੀ ਇਹ ਪਾਕਿਸਤਾਨ ਦੇ ਹੱਕ 'ਚ ਜਿਹੜਾ ਨਾ ਉਹ ਟਵੀਟਾਂ ਕਰ ਰਿਹਾ ਹੈ ਪਾਕਿਸਤਾਨ ਦੇ ਹੱਕ 'ਚ ਮਤਲਬ ਪਾਕਿਸਤਾਨ ਦੀ ਆਵਾਮ ਦੇ ਹੱਕ ਦੇ ਵਿੱਚ ਇਮਰਾਨ ਖਾਨ ਦੇ ਹੱਕ ਦੇ ਵਿੱਚ ਫਰੀ ਇਮਰਾਨ ਖਾਨ ਹੈ ਇਹ ਸਾਰੇ ਇੱਕੋ ਹੀ ਹੈ। ਹੁਣ ਉਹ ਗੱਲਾਂ ਮੁੱਕ ਗਈਆਂ ਕਿ ਜੀ ਆਵਾਮ ਇੱਕ ਤੇ ਇਮਰਾਨ ਖਾਨ ਦੋ ਨਹੀਂ ਹੁਣ ਆਵਾਮ ਤੇ ਖਾਨ ਇੱਕੋ ਹੀ ਹੈ ਤੇ ਪਾਕਿਸਤਾਨ ਵੀ ਇੱਕੋ ਹੀ ਹੈ ਹਾਂਜੀ। ਬਾਕੀ ਇਹ ਸਾਰੇ ਚੋਰ ਲੁਟੇਰੇ ਤੇ ਇਹਨਾਂ ਦੇ ਹੈਂਡਲਰ ਇਹ ਕਾਬਜ਼ ਨੇ ਕਬਜ਼ਾ ਕਰਕੇ ਬੈਠੇ ਨੇ ਇਹਨਾਂ ਦਾ ਕਬਜ਼ਾ ਹੁਣ ਛੁੱਟਣ ਵਾਲਾ ਹਾਂਜੀ। ਤੇ ਉਹ ਜਨਾਬ ਉਹਨੇ ਆਪਣੀਆਂ ਤਸਵੀਰਾਂ ਜਿਹੜੀਆਂ ਨੇ ਨਾ ਉਹ ਰਿਲੀਜ਼ ਕਰਤੀਆਂ ਆਪਣੇ ਅਕਾਊਂਟ 'ਤੇ ਬਲਕਿ ਉਹਨੇ ਰੀਟਵੀਟ ਕਰ ਦਿੱਤੀਆਂ ਕਿ ਲੋ ਜੀ ਦੇਖੋ ਇਹ ਨੇ ਉਹ ਪਾਕਿਸਤਾਨੀ ਮੇਰੇ ਯਾਰ ਮੇਰੇ ਸੱਜਣ ਮੇਰੇ ਬੇਲੀ ਹਾਏ 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 ਸਾਰੇ ਦੇ ਸਾਰੇ PTI ਵਾਲੇ ਓਏ ਹੋਏ ਮੈਂ ਕਹਿੰਦਾ ਮੱਕੂ ਠੱਪ ਕੇ ਰੱਖ ਦਿੱਤਾ ਨੇ ਬੇੜੇ ਗਰਕ ਕਰਕੇ ਰੱਖ ਦਿੱਤੇ ਤਸਵੀਰਾਂ ਸਾਰੀਆਂ ਜਿਹੜੀਆਂ ਜਾਰੀ ਕਰ ਦਿੱਤੀਆਂ ਕਿ ਆਹ ਦੇਖੋ ਅਸੀਂ ਇੱਕੋ ਹੀ ਹਾਂ ਇਹ ਮੇਰੇ ਨਾਲ ਨੇ ਤੇ ਮੈਂ ਇਹਨਾਂ ਦੇ ਨਾਲ ਹਾਂ ਤੇ ਅਸੀਂ ਸਾਰੇ ਰਲ ਕੇ ਇਮਰਾਨ ਖਾਨ ਦੇ ਨਾਲ ਹਾਂ। ਉਹ ਬੱਲੇ ਮੁਰਸ਼ਦ ਤੇਰੀ ਰਾਤੀ ਕੋਈ ਨਹੀਂ ਜਾ ਮੈਂ ਇਮਰਾਨ ਖਾਨ ਨੂੰ ਡੀਲ ਦਿੱਤੀ ਜਾ ਰਹੀ ਹੈ ਹਾਂਜੀ ਉਹ ਜਿਹਦਾ ਸ਼ੋਅ ਮੁੱਕ ਨਹੀਂ ਗਿਆ ਗੋ ਹਾਫਿਜ਼ ਉਹ ਖਾਨ ਨੂੰ ਡੀਲ ਦੇ ਰਿਹਾ
ਉਹ ਕਹਿ ਰਿਹਾ ਕਿ ਖਾਨ ਸਾਹਿਬ ਤੁਸੀਂ ਇੰਜ ਕਰੋ, ਚੁੱਪ ਕਰਕੇ ਤੇ ਬਣੀ ਗੱਲ ਆ ਜਿਹੜੇ ਨਾਲ ਸ਼ਿਫਟ ਹੋ ਜਾਓ, ਹਾਂ ਅਸੀਂ ਤੁਹਾਨੂੰ ਫੈਸਿਲੀਟੇਟ ਕਰਦੇ ਹਾਂ ਤੇ ਸਾਡੀ ਜਾਨ ਛਡਾਓ। ਇਹ ਜਿਹੜਾ ਫ੍ਰੀ ਇਮਰਾਨ ਖਾਨ ਹਰ ਜਗ੍ਹਾ ਤੇ ਆ ਰਿਹਾ। ਖਾਨ ਕਹਿੰਦਾ ਨਹੀਂ ਪੁੱਤਰ ਹੁਣ ਤੇ ਟਾਈਮ ਹੈ, ਅਡਿਆਲਾ ਚੋਂ ਹੀ ਨਿਕਲਾਂਗਾ। ਹਾਂ ਅਡਿਆਲਾ ਚੋਂ ਨਿਕਲੇਗਾ ਖਾਨ ਹੱਥ ਖੜਾ ਕਰਦਾ ਹੋਇਆ। ਹਾਂ ਔਰ ਉਹ ਮਤਲਬ ਹੋਏਗਾ ਕਿ ਬਸ ਇਹ ਰਜੀਮ ਵੀ ਤਮਾਮ, ਇਹਨਾਂ ਦੇ ਹੈਂਡਲ ਵੀ ਤਮਾਮ, ਕਿਉਂਕਿ ਖਾਨ ਹੁਣ ਕਿਤੇ ਵੀ ਕੰਪਰੋਮਾਈਜ਼ ਨਹੀਂ ਕਰਦਾ ਪਿਆ। ਹੁਣ ਖਬਰਾਂ ਜਿਹੜੀਆਂ ਅੰਦਰ ਦੀਆਂ ਆ ਰਹੀਆਂ ਨੇ ਉਹ ਇਹ ਕਿ ਖਾਨ ਕਹਿ ਰਿਹਾ ਕੰਪਲੀਟ ਰੂਲ ਆਫ ਲਾ, ਬਸ ਅਦਾਲਤਾਂ ਰੀਸ਼ੇਪ, ਕਾਨੂੰਨ ਸਾਰਾ ਮਸਮਾਰ ਕੀਤਾ ਜਾਏਗਾ, ਸਾਰਾ ਸਿਸਟਮ ਦੁਬਾਰਾ ਬਿਲਡ ਕੀਤਾ ਜਾਏਗਾ ਆਵਾਮ ਵਾਸਤੇ, ਇਨਸਾਫ ਦਾ ਨਿਜ਼ਾਮ ਇੱਥੇ ਕਾਇਮ ਕੀਤਾ ਜਾਏਗਾ। ਇਹ ਜਿੰਨੇ ਦਗੜਦੱਲੇ ਜੱਜ ਨੇ, ਇਹ ਜਿੰਨੀ ਬਿਊਰੋਕ੍ਰੇਸੀ ਹੈ ਔਰ ਜਿੰਨੇ ਜਰਨੈਲ ਨੇ ਜਿਨ੍ਹਾਂ ਨੇ ਅੱਤ ਮਚਾਈ ਖਲੋਤੀ ਇੱਥੇ ਪਾਕਿਸਤਾਨ ਦੇ ਵਿੱਚ, ਇਹ ਸਾਰੇ ਦੇ ਸਾਰੇ ਫਰਕ। ਹਾਂ ਜਰਨੈਲਾਂ ਨੂੰ ਸ਼ਾਇਦ ਕਹਿ ਦਿੱਤਾ ਜਾਏ ਕਿ ਵੀ ਤੁਸੀਂ ਜਾਓ ਆਪਣੇ ਖੁੱਡੇ ਲੈਣ, ਮੇਰਾ ਮਤਲਬ ਕਿ ਆਪਣੇ ਜਿਹੜੀਆਂ ਤੁਹਾਡੀਆਂ ਡਿਊਟੀਆਂ ਨੇ ਉਹ ਕਰੋ, ਹਾਂ ਇਹ ਖੇੜਾ ਛੱਡ ਦਿਓ ਤੁਸੀਂ, ਤੇ ਬਾਕੀ ਗੰਦ ਜਿਹੜਾ ਉਹ ਸਾਫ਼ ਹੋ ਜਾਏਗਾ ਸਾਰਾ, ਕਿਉਂਕਿ ਇਹਨਾਂ ਦਾ ਗੰਦ ਇਹੀ ਹੈ ਕਿ ਵੀ ਇਹਨਾਂ ਦੀ ਮੁਦਾਖਲਤ ਹੈ ਸਿਆਸਤ ਦੇ ਵਿੱਚ। ਸਿਆਸਤ 'ਚ ਇਹਨਾਂ ਦੀ ਮੁਦਾਖਲਤ ਖਤਮ ਹੋ ਗਈ ਤੇ ਇਹਨਾਂ ਦਾ ਗੰਦ ਵੀ ਖਤਮ ਹੋ ਜਾਏਗਾ, ਔਰ ਇਹਨਾਂ ਦੇ ਵੀ ਜਿਹੜਾ ਸਰਕਲ ਹੈ ਅੰਦਰ ਉਹਦੇ ਵੀ ਯਕੀਨ ਕਰੋ ਰੂਲਸ ਚੇਂਜ ਹੋਣੇ ਚਾਹੀਦੇ ਨੇ। ਔਰ ਮੈਨੂੰ ਯਕੀਨ ਹੈ ਕਿ ਖਾਨ ਸਾਹਿਬ ਨੂੰ ਇਹ ਵੀ ਪਤਾ ਹੋਣਾ, ਖਾਨ ਸਾਹਿਬ ਤੋਂ ਜ਼ਿਆਦਾ ਹੁਣ ਕਿਹਨੂੰ ਪਤਾ ਹੋਣਾ ਕਿ ਬਈ ਕਿਸੇ ਇੱਕ ਬੰਦੇ ਕੋ ਇੰਨੀ ਪਾਵਰ ਨਾ ਹੋਏ ਕਿ ਉਹ ਪੂਰੇ ਮੁਲਕ ਦੀ ਭੈਣ ਦੀ ਸਿਰੀ ਕਰਕੇ ਰੱਖ ਦੇ। ਹਾਂ ਜੋ ਕਿ ਅੱਜ ਹੋਈ ਹੈ, ਇਹੀ ਹੈ ਨਾ, ਇੱਕ ਬੰਦੇ ਕੋ ਪਾਵਰ ਹੈ, ਉਹ ਸਮਝਦਾ ਮੇਰੇ ਕੋ ਪਾਵਰ, ਮੈਂ ਜੋ ਚਾਹਾਂ ਉਹ ਉੱਤੋਂ ਚੁੱਕ ਕੇ ਮੁਲਕ ਦਾ ਬੇੜਾ ਗਰਕ ਕਰਕੇ ਰੱਖ ਦਿੰਦਾ। ਉਹਦੇ ਕੋਲ ਇੰਨੀ ਪਾਵਰ ਨਹੀਂ ਹੋਣੀ, ਉਹਨੂੰ ਰੋਕਣ ਵਾਲਾ ਕੋਈ ਹੋਣੀ ਚਾਹੀਦੀ, ਕੋਈ ਕਮੇਟੀ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਦੇ ਤੇ ਨਜ਼ਰ ਰੱਖੇ ਕਿ ਜਦੋਂ ਵੀ ਇੱਧਰ ਉੱਧਰ ਹੋਵੇ ਉਹਨੂੰ ਚੁੱਕ ਕੇ ਬਾਹਰ ਸੁੱਟੇ, ਚੱਲ ਨਿਕਲ। ਇਹੋ ਜਿਹਾ ਕੋਈ ਸਿਸਟਮ ਹੋਵੇ ਤਾਂ ਕਿ ਜਿਹੜਾ ਨਾ ਕੋਈ ਵੀ ਆਇੰਦਾ ਤੋਂ ਬਾਅਦ ਜਿੰਨੀ ਦੇਰ ਤੱਕ ਜਿਹੜਾ ਨਾ ਉਹ ਪਾਕਿਸਤਾਨ ਤੁਸੀਂ ਕਹਿ ਲਓ, ਬਲਕਿ ਜਿੰਨੀ ਦੇਰ ਤੱਕ ਕੀ ਤਾਹਿਆਤ ਜਿਹੜਾ ਇਨਸ਼ਾਅੱਲਾ ਪਾਕਿਸਤਾਨ ਜਿਹੜਾ ਰਵੇ ਉਹ ਰਹਿਣਾ ਇਨਸ਼ਾਅੱਲਾ, ਅੱਲਾ ਦੀ ਮਿਹਰਬਾਨੀ ਨਾਲ ਬੜਾ ਤਰੱਕੀ ਕਰਨੀ ਹੈ ਪਾਕਿਸਤਾਨ ਨੇ, ਅੱਗੇ ਜਾਣਾ। ਕਿਸੇ ਨੂੰ ਜ਼ਰੂਰਤ ਨਾ ਹੋ ਸਕੇ ਕਿ ਕੋਈ ਆਪਣੇ ਏਜੰਡੇ ਲਈ, ਆਪਣੀ ਨੌਕਰੀ ਲਈ, ਕੋਈ ਕਿਸੇ ਨਾਲ ਕੀਤੇ ਹੋਏ ਵਾਅਦਿਆਂ ਲਈ, ਮੁਆਹਦਿਆਂ ਲਈ ਜਿਹੜਾ ਨਾ ਉਹ ਪਾਕਿਸਤਾਨ ਦਾ ਬੈਂਡ ਵਜਾ ਕੇ ਰੱਖਦੇ, ਇਹ ਇਜਾਜ਼ਤ ਕਿਸੇ ਨੂੰ ਨਹੀਂ ਹੋਣੀ ਚਾਹੀਦੀ। ਔਰ ਦੂਜੀ ਗੱਲ ਜਨਾਬ ਜਿਹੜੀ ਅਹਿਮ ਖਬਰ ਹੈ ਉਹ ਮੈਂ ਤੁਹਾਨੂੰ ਦੇ ਦੇਣਾ ਵਾ, ਉਹ ਦਿੱਤੀ ਹੈ ਸਾਨੂੰ ਮਿਰਜ਼ਾ ਸ਼ਹਿਜ਼ਾਦ ਅਕਬਰ ਨੇ। ਹਾਂਜੀ ਮਿਰਜ਼ਾ ਸਾਹਿਬ ਕਹਿ ਰਹੇ ਨੇ, ਉਹਨਾਂ ਦੀ ਰਿਪੋਰਟ ਹੈ ਕਿ ਬਈ 4 ਘੰਟੇ ਦੀ ਮੁਲਾਕਾਤ ਹੋਈ ਹੈ। ਮਾਈ ਗਈ ਸੀ ਪਿੰਡੀ, ਹਾਂ ਉੱਥੇ ਕਿਸੇ ਇੰਸਟੀਚਿਊਟ ਦੇ ਵਿੱਚ ਲੈਕਚਰ ਦੇ ਵਿੱਚ ਜਿਹੜਾ ਨਾ ਹਿਸਾਬ ਕਿਤਾਬ ਦੇਣ, ਇਹਨੇ ਕਾਹਦਾ ਲੈਕਚਰ ਦੇਣਾ, ਲੈਣ ਹੀ ਗਈ ਹੋਣੀ ਹੈ, ਅਸਲ ਤਾਂ ਮੁਲਾਕਾਤ ਹੀ ਕਰਨੀ ਸੀ। ਤੇ ਉਹਦੇ ਬਾਅਦ GHQ ਦੇ ਗਿਰਦਨਵਾਹ ਦੇ ਕੋਲ ਇਹਦੀ ਮੁਲਾਕਾਤ ਹੋਈ ਹੈ ਕੰਪਨੀ ਦੀ ਬੜੀ ਵੱਡੀ ਸ਼ਖਸੀਅਤ ਨਾਲ। ਬੜੀ ਵੱਡੀ ਸ਼ਖਸੀਅਤ ਉਹ ਸਾਨੂੰ ਪਤਾ ਹੀ ਹੈ ਕੌਣ ਹੋ ਸਕਦੀ ਹੈ, ਹਾਂ ਉਹ ਅਸ ਮਿਰਜਾਨ ਤੇ ਉਹ ਮਿਰਜ਼ਾ ਸ਼ਹਿਜ਼ਾਦ ਅਕਬਰ ਸਾਹਿਬ ਕਹਿੰਦੇ ਨੇ ਕਿ ਬੜੀ ਅਹਿਮ ਸ਼ਖਸੀਅਤ ਨਾਲ 4 ਘੰਟੇ 1-on-1 ਮੁਲਾਕਾਤ ਹੋਈ ਹੈ, 1-on-1। ਤੇ ਇਹਦਾ ਕੀ ਮਤਲਬ ਹੋਇਆ ਕਿ ਬੜੀ ਅਹਿਮ ਪੇਸ਼ਰਫਤ ਹੋਈ ਹੈ। ਉਹ ਕਹਿੰਦੇ ਨੇ ਕਿ ਨਾਲ ਕੋਈ ਵੀ ਨਹੀਂ ਗਿਆ ਮਾਈ ਦੇ, ਸਿਰਫ ਉਹ ਮਾਈ ਦੀ ਇੱਕ ਜਿਹੜੀ ਨੌਕਰਾਨੀ ਉਹ ਗਈ ਹੈ, ਮੇਰਾ ਖਿਆਲ ਉਹ ਡੱਡੂ ਦੀ ਗੱਲ ਕਰ ਰਹੇ ਨੇ ਕਿਉਂਕਿ ਡੱਡੂ ਨਾਲ ਹੁੰਦਾ, ਤੇ ਡੱਡੂ ਨੂੰ ਨਾਲ ਲੈ ਕੇ ਮਾਈ ਇਕੱਲੀ ਨਿਕਲੀ ਹੈ ਗੱਡੀ 'ਚ ਤੇ ਉੱਥੇ ਪਹੁੰਚੀ ਹੈ ਤੇ ਡੱਡੂ ਨੂੰ ਉਹਨੇ ਬਾਹਰ ਭਾਤਾ, ਉਹਨੇ ਡਿਪਟੀ ਬੁਲਾਇਆ ਸੀ ਇਹ ਮਿਰਜ਼ਾ ਸ਼ਹਿਜ਼ਾਦ ਅਕਬਰ ਨੇ ਦੱਸਿਆ, ਹਾਂ ਇਹ ਮੈਨੂੰ ਬਾਬਾ ਜੀ ਨੇ ਦੱਸਿਆ। ਬਾਬਾ ਜੀ ਕਹਿੰਦੇ ਮੈਂ ਤਸਦੀਕ ਕਰਦਾ ਵਾਂ ਕਿ ਬੈਰਿਸਟਰ ਸ਼ਹਿਜ਼ਾਦ ਅਕਬਰ ਜਿਹੜਾ ਉਹਦੀ ਬਿਲਕੁਲ ਠੀਕ ਹੈ ਰਿਪੋਰਟ। ਬਾਬਾ ਜੀ ਕਹਿੰਦੇ ਮੇਰੇ ਤੱਕ ਵੀ ਰਿਪੋਰਟ ਪਹੁੰਚੀ ਹੈ ਤੇ ਡੱਡੂ ਉਹਨਾਂ ਨੇ ਬਾਹਰ ਪਾਇਆ, ਡਿਪਟੀ ਖਾਸ ਬੁਲਾਇਆ, ਉਹ ਕਹਿੰਦੇ ਤੂੰ ਇਹਦਾ ਮਨੋਰੰਜਨ ਕਰ। ਡੱਡੂ ਦੇ ਨਾਲ ਹਾਂ ਡਿਪਟੀ ਤੁਹਾਨੂੰ ਪਤਾ ਪਹਿਲੇ ਤਿਆਰ ਹੁੰਦਾ, ਹਾਂ ਉਹ ਆ ਗਿਆ ਕੱਛਾ ਬਨਾਨ ਪਾ ਕੇ ਥੱਲੇ ਔਰ ਡੱਡੂ ਨੂੰ ਮਨੋਰੰਜਨ ਕਰਦਾ ਰਿਹਾ ਤੇ ਮਾਈ ਅੰਦਰ ਚਲੀ ਗਈ ਕਮਰੇ। ਫਿਰ 4 ਘੰਟੇ ਮੀਟਿੰਗ ਹੋਈ ਹੈ, 4 ਘੰਟੇ ਸਾਰੀ ਸਮਝ ਲੱਗ ਰਹੀ ਹੈ 4 ਘੰਟੇ ਕੀ ਹੋਇਆ। ਇਹ ਇਤਲਾਕ ਕਿਸੇ ਕੋ ਵੀ ਨਹੀਂ ਹੈ। ਬਾਬਾ ਜੀ ਕਹਿੰਦੇ ਯਾਰ 4 ਘੰਟੇ ਉਹਨੇ ਆਪਣੀਆਂ ਸਰਜਰੀਆਂ ਚੈੱਕ ਕਰਵਾਈਆਂ ਹੋਣੀਆਂ ਕਿਆ ਦੇਖ ਜਿਹੜੀ ਮੈਂ ਸਵਿਟਜ਼ਰਲੈਂਡ ਗਈ ਸੀ ਆਹ ਚੀਜ਼ਾਂ ਮੈਂ ਸਹੀ ਕਰਵਾਈਆਂ। ਤੇ ਮੈਂ ਕਿਹਾ ਬਾਬਾ ਜੀ ਉਹ ਡਾਕਟਰ ਥੋੜੀ ਸੀ ਅੰਦਰ ਬੈਠਾ ਜਿਹਨੇ ਚੈੱਕ ਕਰਾਉਣਾ ਜੀ। ਬਾਬੇ ਕਹਿੰਦੇ ਉਹ ਵੀ ਡਾਕਟਰ ਹੀ ਹੁੰਦੇ ਆ। ਹਾਂ 4 ਘੰਟੇ ਜਿਹੜਾ ਨਾ ਉਹਨਾਂ ਨੇ ਇੱਕ ਗੇਮ ਉੱਥੇ ਮੇਰਾ ਮਤਲਬ ਮੀਟਿੰਗ ਉੱਥੇ ਕੀਤੀ ਹੈ। ਹਾਂ ਔਰ ਉਹਦੇ ਬਾਅਦ ਉਹ ਕਹਿੰਦੇ ਨੇ
कि हालांकि मेरा दिल तो कह रहा है कि मैं उन्होंने टोटा चला दें शहजाद अकबर साहब का यार उन्होंने 20 लाख का टोटा हाँ शहजाद अकबर का टोटा नहीं शहजाद अकबर का टोटा हालांकि मैं पूछ रहा मैं कहा बाबा जी यार इजाज़त ले लो शहजाद अकबर साहब को कि अगर इजाज़त दें तो उन्होंने टोटा चला दिए और बाबा जी ने फ़ोन करता उन्होंने शहजाद अकबर को वो कहने लगे भी जे इजाज़त देवें तेरा टोटा चला लिए बाबा जी कहते मामा भैन दी गालां कड्ढन लग गया मेरा टोटा तुसीं कित्थे चला और मैं कहा बाबा जी उन्होंने कहा सी 20 लाख का टोटा यार की करते हो ला लियो वो समझिया पता नहीं किहड़ा टोटा समझिया उन्होंने गए हाँ वैसे है तो खैर बाबा जी दी सी बाबा जी एवं गल करते रहंदे ने कि उन्होंने कहा कि उसके बाद 4 घंटे हुई मीटिंग उत्थे चंगी भली मीटिंग करा के मेरा मतलब करके ते बाहर निकले नहीं माई ते माई गई है सीधा उधर अपने चाचे को ते पिछों निकलिया वही जिदा शो मुक गया मुक गया तेरा शो वो भी निकले वो भी पहुंचे ने उत्थे ते उत्थे पहुंच गए उन्होंने जरा ना भिखारी ने ते गटमिट करके उन्हें कहा कि जी तुन के रखो काम हाँ असी जरा ना बैक डाउन नहीं करना ते जो कह रहे सी उस टाइम ओदी भी वजी हुई सी जिन्हों वो कह रहे सी उन्होंने भी वजी हुई सी ढोलकी हाँ क्योंकि जिन्ना प्रैशर आ रहा है बाहर ये कितने खलो सकते हैं एवं एक दूजे ने झूठ बोल रहे हैं वो उन्होंने कह रहा तू डट के खड़ा हो वो कह रहा तुम भी डट के खड़े हो हुण डट के कितने खड़े इन्हों दी लत्तां कंबण डईयां ने यार की सीन नज़र आ रहे हैं अल्लाह की कसम कमाल ही हो गया बहरहाल जी ये सारा गेम हुई है सारा कुछ होया उन्होंने कहा जी कि खान असीं अंदर ही रखांगे ते असीं डट के मुकाबला करांगे टाइम तो सारे ने दौड़ जाना बाबा जी समझे अच्छा भी है तो तू दस दिता कि बई माई की 4 घंटे की हुई मीटिंग वो गई उत्थे चलो उत्थे बाबा जी समझे ये दरम्यान डड्डू कित्थे गया बाबा जी कहते कि डड्डू की कोई गल नहीं सुनाई मैं कहा बाबा जी यह नहीं पता शहजाद अकबर साहब ने ऐसा जिक्र नहीं किया कि भाई माई तो चली गई उधर वो डड्डू कित्थे गया बाबा जी कहते मैंने पता कित्थे गया मैं कहा बाबा जी कित्थे बाबा जी कहते वो ऐसा कराना और डिप्टी लै गया ना नाल ही उन्हें कराची लगी से और डिप्टी लिया डाला